सत श्री अकाल मेरे सारे दोस्तों, की हाल ने जी। उम्मीद करदा तुसीं सारे ठीक होवोगे। अज तुहाडे वास्ते लैके आए जी आंगनवाड़ी का लैक्चर नंबर शायद पंजवां छेवां लैक्चर अपना वो मैं उपर उमें मैं अपलोड कर दूँगा। ठीक है जी। ये नोट्स जी अपने बहुत ही प्यारे मित्र द्वारा दिते गए ने। ठीक है जी। अपने टीचर है एक अपने बरनाला तो जिन्हों नाम है विनोद सर। ठीक है। उन्होंने भाई ये नोट्स ने जो उन्होंने पता लगे कि आप फ्री स्टडी करवाने हैं। ठीक है। उन्होंने आपदे मतलब वैसे तो पेड नोट्स देंगे आ, पर अपन उन्होंने बिल्कुल फ्री दिते जो उन्होंने पता लगे कि जी आप स्टडी करवाने बच्चों। ठीक है। वो बिल्कुल फ्री करवाने हैं। ਤਾਂ ਕਰਕੇ ਫਿਰ ਉਹਨਾਂ ਨੇ ਆਪਦੇ ਜਿੰਨੇ ਵੀ ਨੋਟਸ ਤਿਆਰ ਕੀਤੇ ਹੋਏ ਸਾਰੇ ਉਹਨਾਂ ਨੇ ਆਪਾਂ ਨੂੰ ਬਿਲਕੁਲ ਫ੍ਰੀ ਦਿੱਤੇ ਹੈ। ਠੀਕ ਹੈ ਜੀ। ਹੁਣ ਮੈਂ ਜਿਹੜੀਆਂ ਕਲਾਸਾਂ ਲਾਉਂਗਾ ਤੁਹਾਨੂੰ ਉਹਨਾਂ ਦੇ ਨੋਟਸਾਂ ਤੋਂ ਪੜ੍ਹਾਉਂਗਾ ਮੈਂ। ਠੀਕ ਹੈ ਜੀ। ਅਤੇ ਸਾਰੇ ਬੱਚਿਆਂ ਧਿਆਨ ਨਾਲ ਕਲਾਸਾਂ ਲਾਉਣੀਆਂ ਹੈਗੀਆਂ। ਠੀਕ ਹੈ ਜੀ। ਅਤੇ ਨੰਬਰ ਵੀ ਹੁਣ ਵਧੀਆ ਲੈ ਕੇ ਜਾਣੇ ਆ ਕਿ ਕਿਸੇ ਨੇ ਆਪਾਂ ਨੂੰ ਉਮੀਦ ਕਰਕੇ ਆਪਾਂ ਨੂੰ ਠੀਕ ਹੈ ਨੋਟਸ ਦਿੱਤੇ ਆ ਅਤੇ ਆਪਣਾ ਹੱਕ ਬਣਦਾ ਕਿ ਆਪਾਂ ਵਧੀਆ ਨੰਬਰ ਲੈ ਕੇ ਜਾਈਏ ਪੇਪਰ 'ਚੋਂ। ਠੀਕ ਹੈ ਜੀ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਭਾਈ ਸਰ ਦਾ। ਠੀਕ ਹੈ ਜੀ। ਅਤੇ ਤੁਸੀਂ ਵੀ ਜ਼ਰੂਰ ਧੰਨਵਾਦ ਕਰਿਓ ਬੱਚੋ ਕਮੈਂਟਾਂ ਦੇ ਵਿੱਚ। ਜਦੋਂ ਕੋਈ ਆਪਣੀ ਹੈਲਪ ਕਰਦਾ ਗਾ। ਠੀਕ ਆ ਕਿ ਜਿਹੜੇ ਬੱਚੇ ਪਤਾ ਕਿ ਲੋੜਵੰਦ ਆ, ਜਿਹੜੇ ਬੱਚੇ ਫੀਸ ਨਹੀਂ ਦੇ ਸਕਦੇ, ਉਹਨਾਂ ਵਾਸਤੇ ਕੋਈ ਬੰਦਾ ਹੈਲਪ ਕਰਦਾ ਤਾਂ ਬਹੁਤ ਵੱਡੀ ਗੱਲ ਹੁੰਦੀ ਹੈ ਇਹ। ਚਲੋ ਜੀ, ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ ਜੀ, ਸ਼ੇਅਰ ਕਰ ਦਿਓ ਅਤੇ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਠੀਕ ਹੈ। ਇੱਕ ਮੇਰੀ ਰਿਕੁਐਸਟ ਉਹਨਾਂ ਬੱਚਿਆਂ ਵਾਸਤੇ ਜਿਹੜੇ ਪੰਜਾਬ ਪੁਲਿਸ ਵਾਲੇ ਆ ਕਿ ਭਾਈ ਕੋਈ ਵੀ ਵੀਡੀਓ ਪਾਉਣਾ ਹੁੰਦਾ ਲਾਇਕ ਲੂਕ ਅਤੇ ਕਮੈਂਟ ਕਰ ਜਿਆ ਕਰੋ। ਇਹ ਕੰਮ ਨਹੀਂ ਹੈਗਾ ਕਿ ਜੇ ਆਪਣਾ ਕੰਮ ਨਿਕਲ ਗਿਆ ਤਾਂ ਉੱਡ ਜਾਈਏ ਆਪਾਂ। ਠੀਕ ਹੈ। ਤਾਂ ਇੰਨੇ ਉਹ ਨਾ ਬਣਿਆ ਕਰੋ, ਮਾੜਾ ਮੋਟਾ ਹਾਲ ਚਾਲ ਪੁੱਛਦੇ ਰਿਹਾ ਕਰੋ। ਮੇਰਾ ਉਹੀ ਮਾਸਟਰ ਆ ਮੈਂ ਪਹਿਲਾਂ ਵਾਲਾ ਜਿਹਦਾ ਕਹਿੰਦਾ ਸਰ ਜੀ ਰਿਪਲਾਈ ਕਰ ਦਿਓ। ਠੀਕ ਹੈ। ਦੇਖੋ ਬੱਚੋ, ਸਭ ਤੋਂ ਪਹਿਲਾਂ ਜਿਹੜਾ ਆਪਰੇਸ਼ਨ ਹੈਗਾ ਇਹ ਆਪਾਂ ਲਾ ਰਹੇ ਹਾਂ ਵੈਕਸੀਨੇਸ਼ਨ ਦਾ ਵੈਸੇ ਤਾਂ ਆਪਾਂ ਲੈਕਚਰ ਲਾਇਆ ਹੋਇਆ ਹੈਗਾ, ਪਰ ਇੱਕ ਵਾਰੀ ਦੁਬਾਰਾ ਫੇਰ ਲਾਉਣੇ ਆਪਾਂ। ਦੇਖੋ ਜੀ, ਇਹਦੇ ਵਿੱਚ ਕੀ ਗੱਲ ਹੈ, ਕਹਿੰਦੇ SRF ID ਇਹਦੀ ਫੁੱਲ ਫਾਰਮ ਕੀ ਹੈਗੀ। ਤਾਂ ਇਹਦੀ ਫੁੱਲ ਫਾਰਮ ਭਾਈ ਦੇਖੋ ਬੱਚੋ, 4 ਆਪਸ਼ਨ ਦਿੱਤੀਆਂ ਮੈਂ ਤੁਹਾਨੂੰ। ਸਪੈਸ਼ਲ ਰਜਿਸਟ੍ਰੇਸ਼ਨ ਆਫ ਇੰਟਰਨੈਸ਼ਨਲ ਡਿਪਾਰਚਰ, ਸਪੈਸ਼ਲ ਰੈਫਰੈਂਸ ਫਾਰਮ, ਸਪੈਸੀਫਿਕ ਰੈਫਰ ਫਰੋਮ ID। ਪਰ ਇਹਦੀ ਜਿਹੜੀ ਸਹੀ ਫੁੱਲ ਫਾਰਮ ਆ ਉਹ ਹੈਗੀ ਆ ਭਾਈ ਸਪੀਕਿੰਗ ਮੈਨ ਰੈਫਰਲ ਫੋਰ ਆਇਡੈਂਟੀਫਿਕੇਸ਼ਨ। ਬਹੁਤ ਵਧੀਆ ਨੋਟਸ ਬਣਾਏ ਹੋਏ ਆ ਭਾਈ। 4 ਨੰਬਰ ਇਹਦਾ ਆਨਸਰ ਹੈ D ਨੰਬਰ ਆਪਸ਼ਨ। ਠੀਕ ਹੈ। ਇਹ ਆ ਸਕਦਾ ਗਾ SRF ID ਦੀ ਫੁੱਲ ਫਾਰਮ ਕੀ ਹੈਗੀ, ਸਪੀਕਿੰਗ ਮੈਨ ਰੈਫਰਲ ਫਰੋਮ ਆਇਡੈਂਟੀਫਿਕੇਸ਼ਨ। ਠੀਕ ਹੈ ਜੀ। ਹੁਣ ਚੱਲਦੇ ਆਪਾਂ ਅਗਲੇ ਪ੍ਰਸ਼ਨ 'ਤੇ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਹੈਗਾ ਭਾਈ ਸਾਰਸ ਦੀ ਫੁੱਲ ਫਾਰਮ ਦੱਸੋ ਕੀ ਹੈ। ਬਹੁਤ ਇੰਪੋਰਟੈਂਟ ਹੈ। ਦੇਖੋ ਬੱਚਿਓ, ਇਹ ਸਾਰਸ ਸੀ ਜਿਹੜਾ ਇਹ ਉਦੋਂ ਆਇਆ ਸੀ ਜਦੋਂ COVID-19 ਆਇਆ ਸੀ। ਯਾਦ ਹੋ ਤੁਹਾਡੇ ਸਾਰਸ ਬਾਰੇ। ਠੀਕ ਹੈ। ਤਾਂ ਇਹ ਫੁੱਲ ਫਾਰਮ ਹੈਗੀ ਆ ਭਾਈ ਸਿਵਰੇ ਅਕਿਊਟ ਰਿਸਪਾਇਰਟਰੀ ਵਾਇਰਸ। ਮਤਲਬ ਇਹਦਾ ਮਤਲਬ ਹੁੰਦਾ ਆਪਣਾ ਸਾਹ ਪ੍ਰਣਾਲੀ। ਠੀਕ ਹੈ। ਸਾਹ ਪ੍ਰਣਾਲੀ ਨੂੰ ਕਹਿ ਦਿੰਦੇ ਆਪਾਂ, ਰਿਸਪਾਇਰਟਰੀ ਸਿਸਟਮ ਆਪਣਾ ਹੁੰਦਾ ਜਿਹੜਾ। ਠੀਕ ਹੈ। ਸਵੇਰੇ ਅਕਿਊਟ ਰਿਸਪਾਇਰਟਰੀ ਵਾਇਰਸ ਇਹ ਸਾਰਸ ਦੀ ਫੁੱਲ ਫਾਰਮ ਹੈ ਭਾਈ। ਠੀਕ ਹੈ। ਇਹ ਯਾਦ ਰੱਖਣੀ ਹੈ ਭਾਈ ਅਤੇ ਸਾਰੇ ਬੱਚਿਆਂ ਨੇ ਚੰਗੀ ਤਰ੍ਹਾਂ ਲਾ ਲੈਣੇ ਲੈਕਚਰ ਇਹ। ਠੀਕ ਹੈ ਜੀ। ਅਤੇ ਕਿਸੇ ਨੇ ਆਪਾਂ ਨੂੰ ਯਕੀਨ ਕਰਕੇ ਨੋਟ ਦਿੱਤੇ ਤਾਂ ਆਪਣਾ ਵੀ ਹੱਕ ਬਣਦਾ ਕਿ ਜਿਹੜੀ ਕੋਈ ਮੁਫਤ ਦੀ ਚੀਜ਼ ਮਿਲਦੀ ਹੈ ਨਾ ਉਹਦਾ ਵੱਧ ਤੋਂ ਵੱਧ ਆਪਾਂ ਫਾਇਦਾ ਉਠਾ ਸਕੀਏ। ਠੀਕ ਹੈ। ਵੈਸੇ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਬਿਨਾਂ ਪੈਸੇ ਤੋਂ ਕੋਈ ਗੱਲ ਨਹੀਂ ਕਰਦਾ। ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ 'ਤੇ ਭਾਈ। ਦੇਖੋ, ਇੰਟਰੈਕਟ ਫਾਰਮ ਆਫ ਪ੍ਰੋਟੈਕਸ਼ਨ from an infection disease that occur when a certain percentage of the population become immune because they have been ill recover is called। ਕੀ ਮਤਲਬ ਆ ਪਹਿਲਾਂ ਸਾਰੀ ਲਾਈਨ ਸਮਝੋ। ਅੱਧੇ ਬੱਚੇ ਕਹਿਣਗੇ ਸਰ ਇੰਗਲਿਸ਼ 'ਚ ਆ। ਬੱਚੋ ਇੰਗਲਿਸ਼ ਦੀ ਆਦਤ ਪਾ ਲਓ, ਇੰਗਲਿਸ਼ ਦੀ ਮਾੜੀ ਮੋਟੀ ਆਦਤ ਪਾ ਲਓ, ਕੋਈ ਚੀਜ਼ ਆਉਣ ਲੱਗ ਜਾਂਦੀ ਹੁੰਦੀ ਹੈ। ਠੀਕ ਹੈ। ਕੱਲ੍ਹ ਨੂੰ ਪੇਪਰ ਦੇਣਾ ਤੁਸੀਂ, ਪੇਪਰ ਦੇ ਵਿੱਚ ਮਤਲਬ ਇੱਕ ਸੁਪਰਵਾਈਜ਼ਰ ਦੀ ਪੋਸਟ ਕੋਈ ਛੋਟੀ ਮੋਟੀ ਤਾਂ ਹੁੰਦੀ ਨਹੀਂ। ਤੁਹਾਡਾ ਸਿੱਧਾ ਸੰਪਰਕ DC ਨਾਲ ਹੋਇਆ ਕਰਨਾ। ਉੱਥੇ ਜੇ ਕੋਈ ਵੀ ਰਿਪੋਰਟ ਆ ਤੁਸੀਂ DC ਨੂੰ ਜਾ ਕੇ ਦੇਣੀ ਹੈ ਡਾਇਰੈਕਟ। ਅਤੇ ਉੱਥੇ DC ਨੇ ਜੇ ਮਾੜੀ ਮੋਟੀ ਅੰਗਰੇਜ਼ੀ ਬੋਲਤੀ ਤੁਹਾਡੀ ਤਾਂ ਉੱਥੇ ਅੰਗਰੇਜ਼ੀ ਪਹਿਲੀ ਵਾਰ 'ਚ ਮੁੱਕ ਜਾਣੀ ਹੈ ਉੱਥੇ ਜਾ ਕੇ। ਠੀਕ ਹੈ। ਹੁਣ ਤੁਹਾਨੂੰ DC ਏਡੇ ਪੜ੍ਹੇ ਲਿਖੇ ਹੁੰਦੇ ਤਾਂ ਤੁਸੀਂ ਉਹਨਾਂ ਨੇ ਮਾੜਾ ਮੋਟਾ ਕਹਿਣਾ ਵਾਟ ਸ਼ੁਡ ਯੂ ਰੀਡ, ਤਾਂ ਤੁਹਾਡਾ ਨਾਲ ਦੇ ਨਾਲ ਫਿਰ ਐਂ ਹੋ ਜਾਣਾ ਕਿ ਕਹਿ ਕੀ ਦਿੱਤਾ ਉਹਨਾਂ ਨੇ। ਤਾਂ ਕਰਕੇ ਅੰਗਰੇਜ਼ੀ ਤੋਂ ਭੱਜਿਆ ਨਾ ਕਰੋ। ਠੀਕ ਹੈ। ਵੈਸੇ ਤਾਂ ਆਪਾਂ ਅੰਗਰੇਜ਼ੀ ਦੀ ਮਾਂ ਭੈਣ ਬਹੁਤ ਕਰ ਦਿੰਦੇ ਹਾਂ, ਤਾਂ ਵੀ ਵੱਧ ਤੋਂ ਵੱਧ ਬੱਚੇ ਕੋਸ਼ਿਸ਼ ਕਰਨੀ ਹੈ ਅੰਗਰੇਜ਼ੀ ਦੇ ਸ਼ਬਦ ਸਿੱਖਣ ਦੀ। ਠੀਕ ਹੈ। ਤੁਸੀਂ ਕੋਈ ਚਪੜਾਸੀ ਨਹੀਂ ਲੱਗਣਾ, ਤੁਸੀਂ ਸੁਪਰਵਾਈਜ਼ਰ ਲੱਗਣਾ ਗਾ। ਤਾਂ ਇਹ ਚੀਜ਼ਾਂ ਬਹੁਤ ਇੰਪੋਰਟੈਂਟ ਹੋ ਜਾਂਦੀਆਂ। ਠੀਕ ਹੈ। ਇਹ ਕਹਿੰਦੇ ਆ, ਇਹ ਐਂ ਕਹਿੰਦੇ ਕਿ ਇੰਟਰੈਕਟ ਫਾਰਮ ਆਫ ਪ੍ਰੋਟੈਕਸ਼ਨ ਫॉर ਇਨਫੈਕਸ਼ਨ ਡਿਸੀਜ਼। ਕਹਿੰਦੇ ਆਪਾਂ ਇੰਟਰੈਕਟ ਤਰੀਕੇ ਨਾਲ ਪ੍ਰੋਟੈਕਸ਼ਨ ਕਰਨੀ ਆ ਆਪਦੀ, ਕਿਹੜੀ ਕੋਈ ਇਨਫੈਕਸ਼ਨ ਡਿਸੀਜ਼ ਆ, ਕੋਈ ਬਿਮਾਰੀ ਹੈ। ਡੈਟ ਓਕਰ ਵੈਨ ਏ ਸਰਟੀਨ ਪਰਸੈਂਟੇਜ ਆਫ ਪਾਪੂਲੇਸ਼ਨ ਬੀਕੌਮ। ਠੀਕ ਹੈ। ਜਿਹੜੀ ਪਾਪੂਲੇਸ਼ਨ ਆਪਣੀ ਵੱਧਦੀ ਜਾ ਰਹੀ ਹੈ ਬੀਕੌਮ ਇਮਿਊਨ ਬਿਕੋਜ਼ ਹੈਵ ਇਨ ਇਲ ਐਂਡ ਰਿਕਵਰੀ। ਇਸ ਤੋਂ ਬਾਅਦ ਜਿਹੜੀ ਆਪਣੀ ਰਿਕਵਰੀ ਕਰਦੇ ਆ ਬਿਮਾਰੀ ਤੋਂ ਬਾਅਦ, ਉਹ ਚੀਜ਼ ਨੂੰ ਕੀ ਕਿਹਾ ਜਾਂਦਾ ਹੈ, ਉਹ ਚੀਜ਼ ਨੂੰ ਕਿਹਾ ਜਾਂਦਾ ਗਾ ਹੇਅਰਡ ਇਮਿਊਨਿਟੀ। ਕੀ ਹੇਅਰਡ ਇਮਿਊਨਿਟੀ ਕਿਹਾ ਜਾਂਦਾ ਉਹ ਚੀਜ਼ ਨੂੰ ਜਦੋਂ ਆਪਾਂ ਇਨਫੈਕਸ਼ਨ ਤੋਂ ਬਾਅਦ, ਬਿਮਾਰੀ ਤੋਂ ਬਾਅਦ ਆਪਣੀ ਮਤਲਬ ਕੀ ਕਰਦੇ ਹੈਗੇ
ਰਿਕਵਰੀ ਕਰਦੇ ਆ। ਇਸ ਤੋਂ ਬਾਅਦ ਚੱਲਦੇ ਆਪਾਂ ਅੱਗੇ, ਦਾ ਸਾਇੰਟੀਫਿਕ ਸਟੱਡੀ ਆਫ ਹਿਊਮਨ ਪਾਪੂਲੇਸ਼ਨ, ਜਿਹੜੀ ਆਪਣੀ ਪਾਪੂਲੇਸ਼ਨ ਜਨਸੰਖਿਆ ਕਹਿ ਦਿੰਦੇ ਜਿਹਨੂੰ ਆਪਾਂ, ਜਿਹੜੀ ਆਪਣੀ ਜਨਸੰਖਿਆ ਦਿਨੋਂ ਦਿਨ ਵੱਧ ਰਹੀ ਹੈ, ਇਹਦੇ 'ਤੇ ਜਿਹੜੀ ਸਟੱਡੀ ਕਰਦੇ ਹਾਂ ਆਪਾਂ, ਠੀਕ ਹੈ, ਮਤਲਬ ਪਾਪੂਲੇਸ਼ਨ ਵੱਧ ਰਹੀ ਹੈ, ਇਹਦੇ ਕੋਈ ਬੰਦਾ ਸਟੱਡੀ ਕਰ ਰਿਹਾ ਹੈਗਾ ਪਾਪੂਲੇਸ਼ਨ 'ਤੇ ਕਿ ਕਿੰਨੀ ਮਤਲਬ ਲਾਈਵ ਰੇਟ ਹੈ, ਕਿੰਨੀ ਜਨਸੰਖਿਆ ਵੱਧ ਰਹੀ ਹੈ, ਜਿੰਨੀ ਘਟ ਰਹੀ ਹੈ, ਕਿੰਨੇ ਬੱਚੇ ਦੀ ਰੇਟ ਚੱਲ ਰਹੀ ਹੈ, ਕਿੰਨੇ ਬੱਚੇ ਪੈਦਾ ਹੋ ਰਹੇ, ਕਿੰਨਾ ਆਪਣਾ ਮੋਡੈਲਿਟੀ ਰੇਟ ਹੈ, ਕਿੰਨੀ ਡੈਥ ਹੋ ਰਹੀ ਹੈ। ਇਹ ਸਾਰਾ ਜਿਹੜਾ ਡਾਟਾ ਹੁੰਦਾ ਬੱਚੋ ਵਿਦ ਪਾਪੂਲੇਸ਼ਨ ਦਾ, ਇਹ ਚੀਜ਼ ਨੂੰ ਆਪਾਂ ਕੀ ਕਹਿੰਦੇ ਆ, ਜਨਸੰਖਿਆ ਦੀ ਜਿਹੜੀ ਸਟੱਡੀ ਕਰਨ ਨੂੰ, ਇਹਨੂੰ ਆਪਾਂ ਕਹਿੰਦੇ ਹਾਂ ਡੈਮੋਗ੍ਰਾਫੀ। ਓਕੇ ਜੀ, ਡੈਮੋਗ੍ਰਾਫੀ ਕਿਹਾ ਜਾਂਦਾ ਇਹ ਚੀਜ਼ ਨੂੰ। ਹੁਣ ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ 'ਤੇ। ਅਗਲੇ ਪ੍ਰਸ਼ਨ ਦੇ ਵਿੱਚ ਕੀ ਕਿਹਾ ਗਿਆ ਨਾ, ਪਲੈਨਿੰਗ ਮੈਥਡ, ਫੈਮਿਲੀ ਪਲੈਨਿੰਗ ਮੈਥਡ ਆਰ ਯੂਜ਼ਰ ਟੂ। ਦੇਖੋ ਫੈਮਿਲੀ ਪਲੈਨਿੰਗ ਕਰਦੇ ਹਾਂ ਆਪਾਂ, ਕਿਹੜੇ ਇਹਨਾਂ ਦੇ ਵਿੱਚੋਂ ਕਿਹੜੀ ਫੈਮਿਲੀ ਪਲੈਨਿੰਗ ਹੈਗੀ ਆਪਣੀ ਜਿਹੜੀ ਆਪਾਂ ਯੂਜ਼ ਕਰਦੇ ਹਾਂ। ਦੇਖੋ ਪ੍ਰੀਵੈਂਟ ਅਨਵਾਂਟਡ ਪ੍ਰੈਗਨੈਂਸੀ। ਪ੍ਰੈਗਨੈਂਸੀ ਦਾ ਮਤਲਬ ਹੁੰਦਾ ਕਿ ਕੋਈ ਔਰਤ ਹੈਗੀ, ਠੀਕ ਹੈ, ਉਹ ਗਰਭਵਤੀ ਨਹੀਂ ਹੋਣਾ ਚਾਹੁੰਦੀ ਸੀ ਪਰ ਉਹ ਗਰਭਵਤੀ ਹੋ ਗਈ, ਠੀਕ ਹੈ, ਕਿਸੇ ਕਾਰਨ। ਇਸ ਤੋਂ ਬਾਅਦ ਨੰਬਰ 2 'ਤੇ ਰੈਗੂਲੇਟਿੰਗ ਸਪੇਸਿੰਗ ਬਿਟਵੀਨ ਚਿਲਡਰਨ। ਜਦੋਂ ਵੀ ਆਪਾਂ ਫੈਮਿਲੀ ਪਲੈਨਿੰਗ ਕਰਨੀ ਹੈ, ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਦੇਖਣਾ ਚਾਹੀਦਾ ਕਿ ਘੱਟ ਤੋਂ ਘੱਟ ਕੋਸ਼ਿਸ਼ ਹੋ ਸਕੇ ਕਿ ਆਪਾਂ ਅਨਵਾਂਟਡ ਪ੍ਰੈਗਨੈਂਸੀ ਹੈ ਜਿਹੜੀ ਉਹ ਤੋਂ ਮਤਲਬ ਪਾਸਾ ਕਰੀਏ ਆਪਦਾ। ਦੂਸਰੀ ਗੱਲ, ਜੇ ਅਨਵਾਂਟਡ ਪ੍ਰੈਗਨੈਂਸੀ ਗਰਭਪਾਤ ਹੋ ਵੀ ਗਿਆ ਤਾਂ ਉਹ ਇੱਕ ਫੈਮਿਲੀ ਪਲੈਨਿੰਗ ਹੁੰਦੀ ਹੈ ਕਿ ਆਪਾਂ ਦੇਖਣਾ ਹੈਗਾ ਕਿ ਆਪਣੇ ਘਰ ਦੇ ਉਹ ਚੀਜ਼ ਨੂੰ ਮਤਲਬ ਹਾਂ ਕਰਦੇ ਆ ਕਿ ਨਹੀਂ ਕਰਦੇ, ਠੀਕ ਹੈ, ਇਹ ਗੱਲ ਵੀ ਜ਼ਰੂਰ ਰੱਖਣੀ ਹੈ। ਇਸ ਤੋਂ ਬਾਅਦ ਬਾਕੀ ਜਿਹੜੇ ਬੱਚੇ ਹੋਣਗੇ, ਬੱਚਿਆਂ ਦੇ ਵਿੱਚ ਵੀ ਇਹ ਜਿਹਾ ਸਪੇਸ ਹੋਣਾ ਚਾਹੀਦਾ। ਇਹ ਨਹੀਂ ਹੈਗਾ ਕਿ ਸਾਲ ਦੇ ਵਿੱਚ ਮਤਲਬ ਕਈ ਵਾਰੀ ਇਹ ਹੁੰਦਾ ਕਿ ਇੱਕ ਬੱਚਾ 9 ਮਹੀਨੇ ਦਾ ਹੋ ਜਾਂਦਾ ਹੈ, ਇਸ ਤੋਂ ਬਾਅਦ ਫਿਰ ਔਰਤ ਦੇ 4-5 ਮਹੀਨਿਆਂ ਬਾਅਦ ਬੱਚਾ ਹੋਣ ਵਾਲਾ ਹੋ ਜਾਂਦਾ ਹੁੰਦਾ, ਠੀਕ ਹੈ, ਤਾਂ ਜਿਹਨੂੰ ਆਪਾਂ ਸਿਲੇ ਵਾਲਾ ਬੱਚਾ ਵੀ ਕਹਿ ਦਿੰਦੇ ਹਾਂ। ਤਾਂ ਉਹ ਚੀਜ਼ਾਂ ਹੁੰਦੀਆਂ ਬੱਚੋ, ਇਹ ਉਹਦੇ ਵਿੱਚ ਵੀ ਬੱਚਿਆਂ ਦੇ ਵਿੱਚ ਕੀ ਹੋਣਾ ਚਾਹੀਦਾ, ਡਿਫਰੈਂਸ ਹੋਣਾ ਚਾਹੀਦਾ ਕਿ ਇੱਕ ਬੱਚੇ ਦੇ ਵਿੱਚ ਘੱਟੋ ਘੱਟ 3 ਸਾਲ 3.5 ਸਾਲ ਦਾ ਫਰਕ ਜ਼ਰੂਰ ਹੋਣਾ ਚਾਹੀਦਾ, ਜਿਹਦੇ ਕਰਕੇ ਮਾਂ ਨੂੰ ਵੀ ਦੇਖੋ ਜਿਹੜੇ ਵਿਟਾਮਿਨਾਂ ਦੀ ਘਾਟ ਹੋ ਜਾਂਦੀ ਜੋ ਬੱਚਾ ਹੁੰਦਾ ਗਾ, ਮਾਂ ਦੇ ਵਿੱਚ ਵੀ ਆਇਰਨ, ਵਿਟਾਮਿਨ ਡੀ, ਗਲੂਕੋਜ਼, ਕੈਲਸ਼ੀਅਮ, ਆਇਰਨ, ਇਹ ਸਾਰੀਆਂ ਚੀਜ਼ਾਂ ਦੀ ਘਾਟ ਪੈ ਜਾਂਦੀ ਹੈ। ਤਾਂ ਕਰਕੇ ਔਰਤ ਨੂੰ ਵੀ ਇੱਕ ਸੰਭਲਣ ਵਾਸਤੇ ਟਾਈਮ ਚਾਹੀਦਾ ਹੁੰਦਾ ਕਿ ਤਾਂ ਜੋ ਉਹਦੇ ਸਰੀਰ ਦੇ ਵਿੱਚ ਕਮਜ਼ੋਰੀ ਨਾ ਆਵੇ, ਠੀਕ ਹੈ। ਫੈਮਿਲੀ ਪਲੈਨਿੰਗ ਦੇ ਵਿੱਚ 2 ਚੀਜ਼ਾਂ ਯੂਜ਼ ਕੀਤੀਆਂ ਜਾਂਦੀਆਂ, ਇੱਕ ਤਾਂ ਅਨਵਾਂਟਡ ਪ੍ਰੈਗਨੈਂਸੀ, ਇੱਕ ਰੈਗੂਲੇਟਿੰਗ ਸਪੇਸ ਬਿਟਵੀਨ ਚਿਲਡਰਨ, ਕਿ ਬੱਚਿਆਂ ਦੇ ਵਿੱਚ ਸਪੇਸ ਹੋਣਾ ਚਾਹੀਦਾ। ਇਹ ਦੋਨੇ ਚੀਜ਼ਾਂ ਆ ਜਾਂਦੀਆਂ ਕਾਹਦੇ 'ਚ, ਫੈਮਿਲੀ ਪਲੈਨਿੰਗ ਮੈਥਡ ਦੇ ਵਿੱਚ। ਇਸ ਤੋਂ ਬਾਅਦ ਪੋਸਟ ਨੈਟਲ ਪੀਰੀਅਡ ਕਿਹੜੇ ਹੁੰਦੇ ਆ, ਠੀਕ ਹੈ, ਪੀਰੀਅਡ ਮੈਨੇ ਹੁੰਦਾ ਜਿਹੜੇ ਔਰਤਾਂ ਨੂੰ ਮਹੀਨੇ ਬਾਅਦ ਮਹਾਮਾਰੀ ਆਉਂਦੀ ਹੈ, ਠੀਕ ਹੈ, ਉਹਨੂੰ ਆਪਾਂ ਕਹਿ ਦਿੰਦੇ ਹੈਗੇ ਪੀਰੀਅਡ। ਦੇਖੋ ਕਿਸੇ ਦਾ ਪੀਰੀਅਡ ਦਾ ਸਰਕਲ 4 ਤੋਂ 5 ਦਿਨ ਦਾ ਹੁੰਦਾ, ਕਿਸੇ ਦਾ 5 ਤੋਂ 6 ਦਿਨ ਦਾ ਹੁੰਦਾ ਲੜਕੀਆਂ ਦਾ, ਓਕੇ। ਇਸ ਤੋਂ ਬਾਕੀ 40 ਸਾਲ ਤੋਂ ਬਾਅਦ ਜਿਹੜੀ ਇਹ ਮਤਲਬ ਪੀਰੀਅਡ ਦੀ ਹੁੰਦੀ ਹੈ, ਇਹ ਮਤਲਬ ਘਟਣ ਲੱਗ ਜਾਂਦੀ ਹੈ 40 ਸਾਲ ਤੋਂ ਬਾਅਦ। ਤਾਂ ਕਰਕੇ ਕਹਿੰਦੇ ਹੁੰਦੇ ਕਿ 40 ਸਾਲ ਤੋਂ ਬਾਅਦ ਬੱਚੇ ਦੇ ਚਾਂਸ, ਜਿਹੜਾ ਬੱਚਾ ਲੈਣਾ ਹੁੰਦਾ ਉਹਦੇ ਚਾਂਸ ਘਟ ਜਾਂਦੇ ਆ। ਤਾਂ ਕਰਕੇ ਉਹਦੇ ਵਿੱਚ ਦੌਰਾਨ ਹੀ ਕਿਹਾ ਗਿਆ ਕਿ ਜਿਹੜੀ ਪੋਸਟ ਨੈਟਲ ਪੀਰੀਅਡ ਹੁੰਦੇ ਆ, ਠੀਕ ਹੈ, ਇਹ ਕਿਹੜੇ ਹੁੰਦੇ ਹੈਗੇ, ਇਹ ਹੁੰਦੇ ਆ 6 ਵੀਕ ਆਫਟਰ ਡਿਲੀਵਰੀ। 6 ਵੀਕ 6 ਹਫ਼ਤੇ, 7 ਛੀਕ 42 ਦਿਨਾਂ ਬਾਅਦ ਜਿਹੜੀ ਡਿਲੀਵਰੀ ਕਰਦੇ ਹਾਂ ਆਪਾਂ, ਉਹਨੂੰ ਆਪਾਂ ਪੋਸਟ ਨੈਟਲ ਪੀਰੀਅਡ ਕਹਿੰਦੇ ਆ। ਗੱਲ ਯਾਦ ਬਸ ਸਿੱਧੇ ਹੀ ਸ਼ਬਦਾਂ 'ਚ ਯਾਦ ਰੱਖ ਲਓ, ਪੋਸਟ ਨੈਟਲ ਪੀਰੀਅਡ ਕਿਹੜੇ ਹੁੰਦੇ ਆ, ਜਿਹੜੇ 6 ਵੀਕਸ ਆਫਟਰ ਡਿਲੀਵਰੀ ਹੁੰਦੇ ਆ, ਉਹਨੂੰ ਆਪਾਂ ਕਹਿ ਦਿੰਦੇ ਹਾਂ। ਇਸ ਤੋਂ ਬਾਅਦ OPV ਅਤੇ DPT ਇਹ ਤੁਹਾਨੂੰ ਕਰਵਾਇਆ ਹੋਇਆ ਭਾਈ, ਠੀਕ ਹੈ। T ਮੈਨੇ ਟਾਈਟਨਸ, D ਮੈਨੇ ਡਿਫਟੀਰੀਆ, P ਮੈਨੇ ਪਾਰਟੀਸਸ, ਇਹ ਤੁਹਾਨੂੰ ਸਾਰਾ ਕੁਝ ਕਰਵਾਇਆ ਹੋਇਆ। OPP1 ਅਤੇ DPT1, ਠੀਕ ਹੈ। ਇਹ ਕਿਹੜੀ ਉਮਰ ਦੇ ਵਿੱਚ ਬੱਚਿਆਂ ਨੂੰ ਦਿੱਤਾ ਜਾਂਦਾ ਹੈਗਾ, ਇਹ ਟੀਕਾ ਹੈਗਾ, ਇਹ ਕਿਹੜੀ ਉਮਰ ਦੇ ਵਿੱਚ ਦਿੱਤਾ ਜਾਂਦਾ ਹੈਗਾ, ਤਾਂ ਇਹ ਦਿੱਤਾ ਜਾਂਦਾ ਵੀ ਐਟ ਦਾ 6 ਵੀਕਸ ਦੇ ਵਿੱਚ, ਠੀਕ ਹੈ। 6 ਹਫ਼ਤਿਆਂ ਦਾ ਜਦੋਂ ਬੱਚਾ ਹੋ ਜਾਂਦਾ ਉਦੋਂ ਨੂੰ OPV ਅਤੇ DPT ਦਾ ਟੀਕਾ ਦਿੱਤਾ ਜਾਂਦਾ ਹੈਗਾ। ਇਸ ਤੋਂ ਬਾਅਦ ਔਦਰ ਨੇਮ ਆਫ ਚਿਕਨ ਪੌਕਸ। ਚਿਕਨ ਪੌਕਸ ਕੀ ਹੁੰਦਾ, ਜਿਹਨੂੰ ਆਪਾਂ ਮਾਤਾ ਕਹਿ ਦਿੰਦੇ ਹਾਂ। ਆਪਾਂ ਕਹਿੰਦੇ ਨੇ ਕਿ ਮਾਤਾ ਨਿਕਲ ਗਈ ਭਾਈ, ਸਾਰੇ ਬੱਚਿਆਂ ਦੇ ਇੱਕ ਵਾਰੀ ਨਿਕਲੀ ਹੋਊਗੀ, ਜਿੰਨੇ ਵੀ ਕੈਂਡੀਡੇਟ ਹੈਗੇ, ਮੇਰੀ ਵੀ ਨਿਕਲੀ ਸੀ, ਠੀਕ ਹੈ, ਹਜੇ ਵੀ ਦਾਗ ਪਏ ਆ ਉਹਦੇ। ਤਾਂ ਜਿਹੜੀ ਛੋਟੀ ਮਾਤਾ ਹੁੰਦੀ ਹੈ, ਦੂਸਰਾ ਨਾਮ ਕੀ ਹੈ, ਇਹਦਾ ਦੂਸਰਾ ਨਾਮ ਹੈਗਾ ਭਾਈ ਬੈਰੀਸੀਲਾ। ਕੀ ਹੈ ਬੱਚੇ ਦਾ ਦੂਸਰਾ ਨਾਮ? ਦੂਸਰਾ ਨਾਮ ਇਹਦਾ ਹੈਗਾ ਗਾ ਬੈਰੀਸੀਲਾ। ਵੈਸੇ ਤਾਂ ਆਪਣੇ ਪਿੰਡਾਂ ਦੇ ਵਿੱਚ ਥੋੜ੍ਹੇ ਵੀ ਪਾ ਲੈਂਦੇ ਆ, ਵੈਸੇ ਸਾਇੰਸ ਦੇ ਵਜੋਂ ਵੀ ਇਹ ਸਹੀ ਹੋ ਜਾਂਦੀ ਹੈ ਜੇ ਆਪਾਂ ਦਵਾਈ ਸਹੀ ਤਰ੍ਹਾਂ ਨਾਲ ਵਰਤਦੇ ਹਾਂ। ਇਸ ਤੋਂ ਬਾਅਦ ਅਗਲਾ ਕਹਿੰਦੇ ਮੋਸਟ ਕਾਮਨ ਮੈਥਡ ਸਟੋਰੇਜ ਵੈਕਸੀਨ PHC, ਠੀਕ ਹੈ ਜੀ। ਇਹ ਤੁਹਾਨੂੰ ਪੂਰੀ ਚੰਗੀ ਤਰ੍ਹਾਂ ਕਰਵਾਇਆ ਹੋਇਆ ਡਿਟੇਲ ਦੇ ਵਿੱਚ, ਠੀਕ ਹੈ। ਜਿਹੜੇ ਬੱਚਿਆਂ ਨੇ ਮੈਥੋਂ PHC ਦਾ ਲੈਕਚਰ ਤੁਹਾਨੂੰ ਕਰਵਾ ਕੇ ਗਿਆ ਹੋਇਆਗਾ ਮੈਂ, ਠੀਕ ਹੈ। PHC ਦੀ ਫੁੱਲ ਫਾਰਮ ਦੱਸੋ ਪਹਿਲਾਂ ਤਾਂ ਕੀ ਹੁੰਦੀ ਹੈ, ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਜੀ, ਬਹੁਤ ਇੰਪੋਰਟੈਂਟ ਗੱਲ ਹੈ। ਇਹ ਕਹਿੰਦੇ ਜਿਹੜੀ PHC ਵੈਕਸੀਨ ਹੁੰਦੀ ਹੈ, ਮੋਸਟ ਸਟੋਰਡ ਵੈਕਸੀਨ PHC, ਇਹ ਕਾਹਦੇ 'ਚ ਆਪਾਂ ਸਟੋਰ ਕਰਦੇ ਹਾਂ, ਕਾਹਦੇ 'ਚ ਸਟੋਰ ਕੀਤੀ ਜਾਂਦੀ ਹੈ ਦੱਸੋ ਜੀ। ਇਹਨੂੰ ਆਪਾਂ ਐਂ ਵੀ ਕਹਿੰਦੇ ਨੇ ਪ੍ਰਾਇਮਰੀ ਹੈਲਥ ਕੇਅਰ ਵੀ ਕਹਿ ਦਿੰਦੇ ਹਾਂ, ਠੀਕ ਹੈ, PHC ਨੂੰ, ਇਹ ਗੱਲ ਯਾਦ ਰੱਖਣੀ ਹੈ। ਅਤੇ ਇਹਨੂੰ ਮੋਸਟ ਕਾਮਨ ਮੈਥਡ ਸਟੋਰੇਜ ਵੈਕਸੀਨ PHC ਕਾਹਦੇ 'ਚ ਸਟੋਰ ਕਰਦੇ ਆ ਜ਼ਿਆਦਾਤਰ, ਇਹ ਕਰਦੇ ਆਪਾਂ ILR ਦੇ ਵਿੱਚ ਸਟੋਰੇਜ। ਤਾਂ ਕਿਹੜਾ ਆਨਸਰ ਹੈ ਇਹਦਾ?
ਇਹਦਾ ਆਨਸਰ ਹੈਗਾ ਭਾਈ ਡੀ ਨੰਬਰ ਆਨਸਰ ਇਹਦਾ ਬਿਲਕੁਲ ਸਹੀ ਹੈਗਾ। ਠੀਕ ਹੈ ਬੱਚੋ, ਤੇ ਇਹ ਚੀਜ਼ਾਂ ਜਿਹੜੀਆਂ ਮੈਂ ਕਰਵਾ ਰਿਹਾ ਹੈਗਾ ਇਹ ਪੂਰੀ ਚੰਗੀ ਤਰ੍ਹਾਂ ਯਾਦ ਕਰਨੀਆਂ ਹੈਗੀਆਂ। ਇਹ ਨਾ ਸਮਝੋ ਕਿ ਕੋਈ ਚੱਕਰ ਨਹੀਂ ਹੈਗਾ ਕਿ ਅਸੀਂ ਪਾਸ ਹੋ ਜਾਵਾਂਗੇ, ਤਾਂ ਇਹ ਐਂ ਪਾਸ ਹੋਣਾ ਬਹੁਤ ਔਖਾ ਹੈਗਾ। ਠੀਕ ਹੈ, ਤੇ IS ਦੀ ਫੁੱਲ ਫਾਰਮ ਦੇਖ ਲਓ ਕਿ ILR ਦੀ ਫੁੱਲ ਫਾਰਮ ਦੇਖ ਲਓ ਕੀ ਹੁੰਦਾ ਗਾ। ਇਹਨੂੰ ਆਪਾਂ ਕਹਿ ਦਿੰਦੇ ਆ ਆਈਸ ਲਾਈਨਡ ਰੈਫਰੀਜਰੇਟਰ। ਠੀਕ ਹੈ, ਉਹਦੇ ਵਿੱਚ ਇਹ ਚੀਜ਼ ਸਟੋਰ ਕੀਤੀ ਜਾਂਦੀ ਹੈ, ਇਹ ਗੱਲ ਯਾਦ ਰੱਖਣੀ ਹੈ। ਹੁਣ ਆਪਾਂ ਚੱਲਦੇ ਹਾਂ ਅਗਲੇ 'ਤੇ, ਮੋਰਬਿਲਿਟੀ। ਠੀਕ ਹੈ, ਮੋਰਬਿਡਿਟੀ ਰੇਟ ਰੈਫਰ ਟੂ। ਜਿਹੜਾ ਮੋਰਬਿਡਿਟੀ ਰੇਟ ਹੈ ਇਹ ਕਿਹੜੀ ਚੀਜ਼ ਨੂੰ ਰੈਫਰ ਕਰਦਾ, ਮਤਲਬ ਕਿਹੜੀ ਚੀਜ਼ ਦਾ ਸੰਬੰਧਤ ਹੈ ਇਹਨਾਂ ਦੇ ਵਿੱਚੋਂ? ਸਿਕਨਸ ਰੇਟ। ਸਿਕਨਸ ਰੇਟ ਦਾ ਕੀ ਮਤਲਬ ਹੁੰਦਾ? ਸਿੱਕ ਮਣੇ ਹੁੰਦਾ ਬਿਮਾਰ। ਜਿਹੜੀ ਬਿਮਾਰੀ ਦੀ ਰੇਟ ਆ ਆਪਣੀ ਕਿੰਨੀ ਜ਼ਿਆਦਾ ਕਿੰਨੀ ਘੱਟ ਆ, ਉਹ ਸਾਰੀ ਚੀਜ਼ ਕਾਹਦੇ ਵਿੱਚ ਆ ਜਾਂਦੀ ਹੈ? ਮੋਰਬਿਡਿਟੀ ਰੇਟ ਦੇ ਵਿੱਚ ਆ ਜਾਂਦੀ ਹੈ। ਠੀਕ ਹੈ, ਮੋਰਬਿਡਿਟੀ ਦੇ ਵਿੱਚ ਆ ਜਾਂਦੀ ਹੈ ਕਿਹੜੀ? ਸਿਕਨਸ ਰੇਟ ਆਪਣੀ, ਇਹ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ 'ਤੇ। ILR ਦੀ ਫਾਰਮ ਆ ਗਈ ਬਈ, ਪਹਿਲਾਂ ਮੈਂ ਤੁਹਾਨੂੰ ਦੱਸ ਕੇ ਗਿਆ ਸੀ ਜਿਹਦੇ ਵਿੱਚ ਆਪਾਂ PHC ਵੈਕਸੀਨ ਸਟੋਰ ਕਰਕੇ ਰੱਖਦੇ ਹਾਂ, ਉਹੀ ਚੀਜ਼ ਆ ਗਈ ILR ਦੇ ਵਿੱਚ। ਠੀਕ ਹੈ ਜੀ, ILR ਦੇ ਵਿੱਚ ਉਹੀ ਚੀਜ਼ ਆ ਗਈ। ILR ਦੀ ਫੁੱਲ ਫਾਰਮ ਕੀ ਹੈ? ਆਈਸ ਲਾਈਨਡ ਰੈਫਰੀਜਰੇਟਰ। ਇਹ ਤੁਹਾਨੂੰ ਹੁਣੇ ਦੱਸ ਕੇ ਗਿਆ ਭਾਈ ਮੈਂ, ਬਹੁਤ ਜ਼ਿਆਦਾ ਇੰਪੋਰਟੈਂਟ ਆ ਭਾਈ, ਬਹੁਤ ਮਿਹਨਤ ਨਾਲ ਬਣਾਏ ਹੋਏ ਨੋਟਸ ਹੈ, ਅਤੇ ਹੁਣ ਤੁਸੀਂ ਨੌਕਰੀ ਲੱਗ ਗਈ ਚੀਜ਼ਾਂ ਦਾ ਮੁੱਲ ਮੋੜਨਾ ਗਾ। ਠੀਕ ਹੈ, ਇਸ ਤੋਂ ਬਾਅਦ ਅੱਗੇ ਚੱਲਦੇ ਆਪਾਂ। ਮੇਨਟੇਨ ਕੋਲਡ ਚੇਨ ਇੰਸ਼ੋਰ ਡੈਟ ਵੈਕਸੀਨ ਆਰ ਸਟੋਰ ਅਕੋਰਡਿੰਗ ਟੂ ਦਾ ਮੈਨੂਫੈਕਚਰ ਇੰਸਟਰਕਸ਼ਨ ਐਟ। ਕਹਿੰਦੇ ਜਿਹੜੀ ਵੀ ਕੋਈ ਆਪਾਂ ਕੋਲਡ ਚੇਨ ਵੈਕਸੀਨ ਬਣਾਉਣੇ ਆ ਹੁੰਦੀ ਹੈ ਜਿਹੜੀ ਆਪਣੀ, ਕਹਿੰਦੇ ਉਹਨੂੰ ਕਿੰਨੇ ਟੈਂਪਰੇਚਰ 'ਤੇ ਸਟੋਰ ਕੀਤਾ ਜਾਂਦਾ ਹੈਗਾ। ਠੀਕ ਹੈ, ਕੋਲਡ ਚੇਨ ਡੈਟ ਵੈਕਸੀਨ ਆਰ ਸਟੋਰਡ ਕਿੰਨੇ ਟੈਂਪਰੇਚਰ 'ਤੇ ਕੀਤਾ ਜਾਂਦਾ ਹੈਗਾ? ਇਹਨੂੰ ਕੀਤਾ ਜਾਂਦਾ ਭਾਈ +2 ਤੋਂ 8 'ਤੇ। ਆ ਪਿਆ +2 ਤੋਂ +8 ਡਿਗਰੀ ਸੈਂਟੀਗ੍ਰੇਡ 'ਤੇ ਇਹਨੂੰ ਕੀ ਕਰਿਆ ਜਾਂਦਾ? ਰੱਖਿਆ ਜਾਂਦਾ। ਇਹ ਗੱਲ ਵੀ ਯਾਦ ਰੱਖਣੀ ਹੈ। ਇਸ ਤੋਂ ਬਾਅਦ ਚੱਲਦੇ ਆਪਾਂ ਅੱਗੇ। ਇਫ ਗਿਵਨ ਐਟ ਸੇਮ ਲਿੰਬ ਐਜ਼ ਅਨੋਦਰ ਵੈਕਸੀਨ ਦਾ ਸੈਕੰਡ ਵੈਕਸੀਨ ਸ਼ੁੱਡ ਬੀ ਸਪਰੇਡ ਐਟ ਲੀਸਟ। ਠੀਕ ਹੈ ਜੀ, ਤਾਂ ਕਰਕੇ ਨਾ ਜਿਹੜੀ ਆਹ ਗਿਆ ਸੇਮ ਲਿੰਬ ਦੇ ਵਿੱਚ ਜਦੋਂ ਕਿ ਵੈਕਸੀਨ ਦਿੱਤੀ ਜਾਂਦੀ ਹੈ, ਅਨੋਦਰ ਵੈਕਸੀਨ ਦਿੱਤੀ ਜਾਂਦੀ ਹੈ, ਤਾਂ ਜਦੋਂ ਸੈਕੰਡ ਵੈਕਸੀਨ ਦਿੱਤੀ ਜਾਂਦੀ ਹੈ ਉਹ ਇਹ ਤੋਂ ਕਿੰਨਾ ਕੁ ਅਲੱਗ ਹੋ ਕੇ ਦਿੱਤੀ ਜਾਂਦੀ ਹੈ? ਇਹ ਦਿੱਤੀ ਜਾਂਦੀ ਹੈ 2.5 ਸੈਂਟੀਮੀਟਰ ਅਲੱਗ। ਠੀਕ ਹੈ ਜੀ, ਇਹ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਆ ਗਿਆ CRC ਦੀ ਫੁੱਲ ਫਾਰਮ ਕੀ ਹੈ? ਵੈਰੀ ਵੈਰੀ ਇੰਪੋਰਟੈਂਟ ਆ ਭਾਈ। CRC ਦੀ ਫੁੱਲ ਫਾਰਮ ਕੀ ਹੈ? ਕਨਵੈਕਸ਼ਨ ਔਨ ਦਾ ਰਾਈਟ ਆਫ ਚਾਈਲਡ। CRC ਪੁੱਛ ਸਕਦੇ ਤੁਹਾਨੂੰ, 20 ਨੰਬਰਾਂ ਦੇ ਆਉਣੇ ਆ ਭਾਈ ਇਹ ਸਬਜੈਕਟ। ਠੀਕ ਹੈ, ਤਾਂ ਕਰਕੇ ਤੁਹਾਡਾ ਹੱਕ ਬਣਦਾ ਹੈਗਾ ਕਿ ਪੂਰੇ ਵਧੀਆ ਤਰੀਕੇ ਨਾਲ ਕਰ ਲਓ। ਇਹ ਨੋਟਸ ਪੇਡ ਵੀ ਨਹੀਂ ਮਿਲਦੇ, ਇਹ ਜਿਹੇ ਨੋਟਸ ਇਹ ਸਾਨੂੰ ਮੈਂ ਸਟੱਡੀ ਕਰਵਾ ਰਿਹਾ ਜਿਨ੍ਹਾਂ ਤੋਂ। ਠੀਕ ਹੈ, ਤੇ ਜਿਨ੍ਹਾਂ ਨੇ ਦਿੱਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਭਾਈ। CRC ਸਟੈਂਡ ਫੋਰ ਕਿੱਥੇ ਕਰਦਾ? ਕਨਵੈਕਸ਼ਨ ਔਨ ਦਾ ਰਾਈਟ ਆਫ ਚਾਈਲਡ। ਇਸ ਤੋਂ ਬਾਅਦ NCERT ਇਹਦੀ ਫੁੱਲ ਫਾਰਮ ਕੀ ਹੈ? ਨੈਸ਼ਨਲ ਕਾਉਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ। NCERT। ਠੀਕ ਹੈ, NCERT ਦੀ ਫੁੱਲ ਫਾਰਮ ਹੈ, ਇਹ ਯਾਦ ਕਰ ਲਿਓ। ਇਸ ਤੋਂ ਬਾਅਦ ਚੱਲਦੇ ਆਪਾਂ ਅੱਗੇ। CSWB ਸਟੈਂਡ ਫੋਰ, ਇਹਦਾ ਕੀ ਮਤਲਬ ਹੈਗਾ? CSWB ਦਾ ਕੀ ਮਤਲਬ ਹੈ? ਸੈਂਟਰਲ ਸੋਸ਼ਲ ਵੈਲਫੇਅਰ ਬੋਰਡ। ਇਹਦੀ ਫੁੱਲ ਫਾਰਮ ਹੈਗੀ, ਇਹ ਗੱਲ ਵੀ ਯਾਦ ਰੱਖਣੀ ਹੈ। ਇਸ ਤੋਂ ਬਾਅਦ ਅੱਗੇ ਆ ਗਿਆ ਆਪਣੇ ਕੋਲੇ ਕਹਿੰਦੇ ਪ੍ਰੋਟੈਕਸ਼ਨ ਆਫ ਚਿਲਡਰਨ ਫਰੋਮ ਸੈਕਸ਼ੂਅਲ ਆਫੈਂਸ ਐਕਟ। ਬੱਚਿਆਂ ਨੂੰ ਸੈਕਸ਼ੂਅਲ, ਜੇ ਕੋਈ ਬੰਦਾ ਕਿਸੇ ਬੱਚੇ ਦੇ ਨਾਲ ਕੋਈ ਗਲਤ ਹਰਕਤ ਕਰਦਾ ਗਾ, ਠੀਕ ਹੈ, ਉਹਦੇ ਵਾਸਤੇ ਉਹਨਾਂ ਦੀ ਬੱਚਿਆਂ ਨੂੰ ਪ੍ਰੋਟੈਕਸ਼ਨ ਵਾਸਤੇ ਇੱਕ ਕੀ ਬਣਾਇਆ ਗਿਆ? ਪ੍ਰੋਟੈਕਸ਼ਨ ਆਫ ਚਿਲਡਰਨ ਫਰੋਮ ਸੈਕਸ਼ੂਅਲ ਆਫੈਂਸ ਐਕਟ ਬਣਾਇਆ ਗਿਆ ਹੈਗਾ। ਇਹ ਐਕਟ ਸੀ ਜਿਹੜਾ ਕਿਹਦੋਂ ਇਨੈਕਟਡ ਕੀਤਾ ਗਿਆ ਹੈਗਾ, ਕਿਹਦੋਂ ਜੋੜਿਆ ਗਿਆ ਹੈਗਾ? ਇਹ ਜੋੜਿਆ ਗਿਆ ਭਾਈ 2012 ਦੇ ਵਿੱਚ। ਠੀਕ ਹੈ, ਕਿਉਂਕਿ ਬਹੁਤ ਸਾਰੀਆਂ ਘਟਨਾਵਾਂ ਹੋ ਜਾਂਦੀਆਂ, ਆਪਾਂ ਆਮ ਤੌਰ 'ਤੇ ਸੁਣਦੇ ਹਾਂ ਕਿਤੇ 3 ਮਹੀਨਿਆਂ ਦੀ ਬੱਚੀ ਨਾਲ ਬਲਾਤਕਾਰ ਹੋ ਗਿਆ, ਕਿਤੇ 6 ਮਹੀਨੇ, ਕਿਤੇ 8 ਸਾਲ ਦੀ ਨਾਲ, ਤਾਂ ਉਹ ਚੀਜ਼ਾਂ ਵਾਸਤੇ ਇਹ ਚੀਜ਼ ਬਣਾਈ ਗਈ ਹੈ। ਇਸ ਤੋਂ ਬਾਅਦ ਚੱਲਦੇ ਆਪਾਂ ਅੱਗੇ, ਤੇ ਇਸ ਤੋਂ ਬਾਅਦ ਆ ਗਿਆ ਮਿਡ ਡੇ ਮੀਲ ਪ੍ਰੋਗਰਾਮ ਫਰੋਮ ਸਕੂਲ ਚਿਲਡਰਨ ਬਿਟਵੀਨ 6 ਤੋਂ 11 ਈਅਰ ਆਰ ਇਨਵੋਲਵ। ਕਿ ਜਿਹੜੇ ਮਿਡ ਡੇ ਮੀਲ ਪ੍ਰੋਗਰਾਮ ਹੈਗਾ ਇਹਦੇ ਵਿੱਚ 6 ਤੋਂ 11 ਸਾਲ ਦੇ ਬੱਚਿਆਂ ਨੂੰ ਇਨਵੋਲਵ ਕੀਤਾ ਗਿਆ। ਕਾਹਦੇ ਵਾਸਤੇ? ਕਿ ਉਹਨਾਂ ਨੂੰ ਆਪਾਂ 450 KCL ਐਨਰਜੀ ਪ੍ਰੋਵਾਈਡ ਕਰਵਾ ਸਕੀਏ, ਅਤੇ ਬੱਚਿਆਂ ਨੂੰ ਦਿਨ ਦੇ ਵਿੱਚ 8 ਤੋਂ ਲੈ ਕੇ 12 ਗ੍ਰਾਮ ਪ੍ਰੋਟੀਨ ਪ੍ਰੋਵਾਈਡ ਕਰਵਾ ਸਕੀਏ। ਕਿਉਂਕਿ ਜਿਹੜੇ ਬੱਚੇ ਗਰੀਬ ਘਰਾਂ ਦੇ ਵਿਚਾਰੇ, ਉਹਨਾਂ ਕੋਲ ਇੰਨਾ ਪੈਸਾ ਨਹੀਂ ਹੁੰਦਾ, ਜਿਹਦੇ ਕਰਕੇ ਉਹਨਾਂ ਵਿੱਚ ਕੋਈ ਘਾਟ ਰਹਿ ਜਾਂਦੀ, ਕਿਸੇ ਦਾ ਕੱਦ ਨਹੀਂ ਵੱਧਦਾ, ਕਿਸੇ ਦੀ ਅੱਖਾਂ ਦੀ ਰੋਸ਼ਨੀ ਘੱਟ ਜਾਂਦੀ ਹੈ। ਠੀਕ ਹੈ, ਇਸ ਤਰ੍ਹਾਂ ਨਾਲ ਭਾਈ ਇਹ ਸਕੀਮ ਚਲਾਈ ਗਈ ਕਿ 450 KCL ਦੀ ਪਾਵਰ ਅਤੇ 8 ਤੋਂ 12 ਗ੍ਰਾਮ ਪ੍ਰੋਟੀਨ ਬੱਚੇ ਨੂੰ ਪ੍ਰੋਵਾਈਡ ਕਰਵਾਇਆ ਜਾਵੇ। ਇਸ ਤੋਂ ਬਾਅਦ ਚੱਲਦੇ ਆਪਾਂ ਅੱਗੇ। ਵਿੱਚ ਸਟੇਟੂਟਰੀ ਬੋਡੀਜ਼ ਟੂ ਬੀ ਸੈਟ ਅਪ ਅੰਡਰ ਦਾ ਜੂਵਨਾਈਲ ਜਸਟਿਸ ਕੇਅਰ ਐਂਡ ਪ੍ਰੋਟੈਕਸ਼ਨ।
ਜਿਹੜਾ ਭਈ ਆਹ ਹੁੰਦਾ ਆਪਾਂ ਜੁਵੀਨਾਈਲ ਜਸਟਿਸ ਹੈਗਾ, ਇਹਨੂੰ ਆਪਾਂ ਕੇਅਰ ਐਂਡ ਪ੍ਰੋਟੈਕਸ਼ਨ ਵੀ ਕਹਿ ਦਿੰਦੇ, ਬੱਚੇ ਦੀ ਕੇਅਰ ਕਰਨੀ, ਪ੍ਰੋਟੈਕਸ਼ਨ ਕਰਨੀ। ਇਹ ਐਕਟ 2000 ਦੇ ਵਿੱਚ ਸੀ। ਇਹਦਾ ਮਤਲਬ ਕੀ ਹੈਗਾ, ਠੀਕ ਹੈ, ਕਿ ਬੱਚਿਆਂ ਨੂੰ ਆਪਾਂ ਹੋਮਸ ਦੇ ਵਿੱਚ ਓਬਜ਼ਰਵੇਸ਼ਨ ਦੇਣੀ ਹੈ, ਠੀਕ ਹੈ। ਬੱਚਿਆਂ ਵਾਸਤੇ ਕੀ ਬਣਾਉਣਾ ਗਾ, ਜੁਵੀਨਾਈਲ ਵੈਲਫੇਅਰ ਬੋਰਡ, ਚਾਈਲਡ ਵੈਲਫੇਅਰ ਕਮੇਟੀ, ਠੀਕ ਹੈ। ਇਹ ਬੋਡੀਆਂ ਸੇ ਬਣਾਈ ਸੈਟਅਪ ਕੀਤੀਆਂ ਗਈਆਂ ਕੇਅਰ ਐਂਡ ਪ੍ਰੋਟੈਕਸ਼ਨ ਐਕਟ 2000 ਦੇ ਅੰਡਰ। ਪੁੱਛੇ ਜਾ ਸਕਦੇ ਕਿਹੜੀਆਂ ਕਿਹੜੀਆਂ ਬੋਡੀ ਸੈਟਅਪ ਕੀਤੀਆਂ ਗਈਆਂ ਗੀਆਂ, ਜੁਵੀਨਾਈਲ ਜਸਟਿਸ ਕੇਅਰ ਐਂਡ ਪ੍ਰੋਟੈਕਸ਼ਨ ਐਕਟ 2000 ਦੇ ਅੰਡਰ ਕਿਹੜੀਆਂ ਕਿਹੜੀਆਂ, ਓਬਜ਼ਰਵੇਸ਼ਨ, ਜੁਵੀਨਾਈਲ ਵੈਲਫੇਅਰ ਬੋਰਡ, ਚਾਈਲਡ ਵੈਲਫੇਅਰ ਕਮੇਟੀ। ਓਕੇ ਜੀ, ਹੁਣ ਚੱਲਦੇ ਆਪਾਂ ਅਗਲੇ 'ਤੇ। ਅਕੋਰਡਿੰਗ ਟੂ ਦਾ ਜੁਵੇਨਾਈਲ ਜਸਟਿਸ ਕੇਅਰ ਐਂਡ ਪ੍ਰੋਟੈਕਸ਼ਨ ਐਕਟ 2015 ਵਿੱਚ ਚਿਲਡਰਨ ਆਰ ਕੀਪਡ ਇਨ ਦ ਸਪੈਸ਼ਲ ਹੋਮ, ਕਿ ਬੱਚੇ ਕਿਹੜੀ ਚੀਜ਼ ਹੈ ਕਹਿੰਦੇ ਜਿਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਜਿਹੜੇ ਬੱਚੇ ਉਹਨਾਂ ਵਾਸਤੇ ਇੱਕ ਸਪੈਸ਼ਲ ਹੋਮ ਹੋਣੇ ਚਾਹੀਦੇ ਆ, ਸਪੈਸ਼ਲ ਘਰ ਹੋਣੇ ਚਾਹੀਦੇ ਆ ਕੇਅਰ ਐਂਡ ਪ੍ਰੋਟੈਕਸ਼ਨ ਐਕਟ 2015 ਦੇ ਹਿਸਾਬ 'ਤੇ। ਇਹ ਕਿਹੜੇ ਲਾ ਦੇ ਅਨੁਸਾਰ ਕਿਹਾ ਗਿਆ ਹੈਗਾ, ਚਿਲਡਰਨ ਇਨ ਕਨਫਲਿਕਟ ਵਿਦ ਲਾ, ਠੀਕ ਹੈ, ਇਹ ਲਾ ਦੇ ਅਨੁਸਾਰ। ਓਕੇ ਜੀ, ਹੁਣ ਚੱਲਦੇ ਆਪਾਂ ਅਗਲੇ 'ਤੇ। ਵਟ ਇਜ਼ ਦਾ ਨੇਮ ਆਫ ਕੀ ਗਾਈਡੈਂਸ ਡਾਕੂਮੈਂਟ ਐਂਡ ਸੇਫਗਾਰਡ ਚਿਲਡਰਨ, ਠੀਕ ਹੈ। ਕਹਿੰਦੇ ਉਹ ਚੀਜ਼ ਦਾ ਕੀ ਨਾਮ ਹੈਗਾ ਜਿਹੜੀ ਨਿਊ ਗਾਈਡੈਂਸ ਚਲਾਈ ਹੈਗੀ, ਉਸ ਨਵੀਂ ਗਾਈਡੈਂਸ ਦਾ ਕੀ ਨਾਮ ਹੈਗਾ, ਨੇਮ ਆਫ ਕੀ ਗਾਈਡੈਂਸ ਫॉर ਡਾਕੂਮੈਂਟ ਸੇਫਗਾਰਡ ਚਿਲਡਰਨ, ਕਿ ਚਿਲਡਰਨ ਨੂੰ ਸੇਫ ਰੱਖਣਾ ਆਪਾਂ, ਠੀਕ ਹੈ। ਤਾਂ ਇਹ ਚਲਾਈ ਗਈ ਹੈ ਭਾਈ ਵਰਕ ਟੂਗੈਦਰ 2018, ਠੀਕ ਹੈ। ਪੁੱਛ ਸਕਦੇ ਵਟ ਇਜ਼ ਦਾ ਨੇਮ ਆਫ ਕੀ ਗਾਈਡੈਂਸ ਡਾਕੂਮੈਂਟ ਫॉर ਸੇਫਗਾਰਡ ਚਿਲਡਰਨ। ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ 'ਤੇ। The family is significant to study of the delinquency because is it a buffer against antisocial influence on behavior and might be a source of antisocial behavior, ਠੀਕ ਹੈ। ਕਹਿੰਦਾ ਮਤਲਬ ਕਿ ਆਪਾਂ ਨੂੰ ਕਿਸੇ ਨੂੰ ਵੀ ਐਂਟੀ ਬਿਹੇਵੀਅਰ ਨਹੀਂ ਕਰਨਾ ਚਾਹੀਦਾ ਕਿਸੇ ਮੁਤਾਬਕ। ਇਹ ਪ੍ਰਸ਼ਨ ਭਾਵੇਂ ਤੁਸੀਂ ਸਕਿੱਪ ਕਰ ਸਕਦੇ ਹੋ, ਪਰ ਜਿਹੜੇ ਦੂਸਰੇ ਕਰਵਾਏ ਹੋਏ ਭਾਈ ਇਹਨਾਂ 'ਚ ਕੋਈ ਸਕਿੱਪ ਨਹੀਂ ਕਰਨਾ। ਇਸ ਤੋਂ ਬਾਅਦ ਚੱਲਦੇ ਆਪਾਂ ਅੱਗੇ। ਬਟ ਵਿਚ ਆਫ ਦਾ ਫੋਲੋਇੰਗ ਇਜ ਫੈਮਿਲੀ ਸਟਰਕਚਰ, ਕਹਿੰਦੇ ਜਿਹੜੀ ਆਪਣੀ ਫੈਮਿਲੀ ਸਟਰਕਚਰ ਹੁੰਦੀ ਹੈ ਉਹ ਕਿਸ ਤਰ੍ਹਾਂ ਦੀ ਹੁੰਦੀ ਹੈ, ਕਿਹੜੀ ਸਟਰਕਚਰ ਹੁੰਦੀ ਹੈ ਆਪਣੀ ਫੈਮਿਲੀ ਦੀ। 2 ਅਰਨਰ 2 ਜਣੇ ਹੁੰਦੇ ਆ, ਬਲੈਂਡਡ ਸਾਂਝਾ ਟੱਬਰ, ਕਪਲ ਵਿਦ ਚਿਲਡਰਨ, ਠੀਕ ਹੈ। ਇਹ ਸਾਰੀਆਂ ਹੀ ਆਪਣੀਆਂ ਫੈਮਿਲੀ ਦੇ ਸਟਰਕਚਰ ਹੈਗੀਆਂ। 2 ਅਰਨਰ ਵੀ ਹੋ ਸਕਦੀ ਹੈ, ਬਲੈਂਡਡ ਵੀ ਹੋ ਸਕਦੀ ਹੈ, ਅਤੇ ਕਪਲ ਵਿਦਾਊਟ ਚਿਲਡਰਨ ਵੀ ਹੋ ਸਕਦੇ ਆ। ਇਹ ਗੱਲ ਵੀ ਤੁਸੀਂ ਯਾਦ ਰੱਖਣੀ ਹੈ। ਇਸ ਤੋਂ ਬਾਅਦ ਚੱਲਦੇ ਹਾਂ ਅਗਲੇ। ਬਟ ਕੈਨ ਨੈਗੇਟਿਵਲੀ ਅਫੈਕਟ ਚਿਲਡਰਨ, ਠੀਕ ਹੈ ਜੀ। ਇਹਨਾਂ ਦੇ ਵਿੱਚੋਂ ਕਹਿੰਦੇ ਨੈਗੇਟਿਵਲੀ ਇਫੈਕਟ ਕਿਹੜੀ ਚੀਜ਼ ਕਰਦੀ ਹੈ ਚਿਲਡਰਨ ਨੂੰ, ਰੈਜ਼ਮ, ਲੈਂਗੁਏਜ ਬੈਰੀਅਰ, ਪੋਵਰਟੀ, ਠੀਕ ਹੈ। ਤਿੰਨੇ ਚੀਜ਼ਾਂ ਯਾਦ ਰੱਖਣੀਆਂ ਹੈਗੀਆਂ। ਇਹ ਚੀਜ਼ਾਂ ਕਿਹੜੀਆਂ ਬੱਚੇ ਨੂੰ ਕੀ ਕਰਦੀਆਂ, ਅਫੈਕਟ ਕਰਦੀਆਂ ਨੈਗੇਟਿਵਲੀ। ਇਸ ਤੋਂ ਬਾਅਦ ਅੱਗੇ ਚਾਈਲਡ ਸੈਕਸ ਅਬਿਊਜ਼ ਕਨਸਿਡਰਸ, ਜਿਹੜਾ ਚਾਈਲਡ ਹੁੰਦਾ ਗਾ, ਠੀਕ ਹੈ, ਉਹਦੇ ਨਾਲ ਬਹੁਤ ਸਾਰੀਆਂ ਘਟਨਾਵਾਂ ਹੁੰਦੀਆਂ ਸੈਕਸ ਨੂੰ ਲੈ ਕੇ, ਠੀਕ ਹੈ। ਤਾਂ ਜਿਹੜੀਆਂ ਇਹ ਘਟਨਾਵਾਂ ਹੁੰਦੀਆਂ ਹੈਗੀਆਂ ਇਹਦੇ ਵਾਸਤੇ ਕੀ ਚੀਜ਼ ਮਤਲਬ ਮੌਜੂਦ ਜ਼ਿਆਦਾ, ਇਹਨੂੰ ਕਿਹੜੀ ਚੀਜ਼ ਫੋਰਸ ਕਰਦੀ ਹੈ। ਦੇਖੋ ਇੰਚਿਸਟ ਦਾ ਮਤਲਬ ਹੁੰਦਾ ਜਿਹੜਾ ਆਪਣਾ ਮਤਲਬ ਘਰ ਦਾ ਹੀ ਕੋਈ ਬੰਦਾ ਹੁੰਦਾ ਉਹ ਵੀ ਚਿਲਡਰਨ ਦੇ ਬੱਚੇ ਨਾਲ ਕੋਈ ਗਲਤ ਕੰਮ ਕਰ ਸਕਦਾ ਗਾ। ਪੋਰਨੋਗ੍ਰਾਫੀ, ਕੋਈ ਬੰਦਾ ਪੋਰਨ ਫਿਲਮਾਂ ਦੇਖਦਾ ਜਿਹਨਾਂ ਨੂੰ ਆਪਾਂ ਮਤਲਬ ਬਲੂ ਫਿਲਮ ਵੀ ਕਹਿ ਦਿੰਦੇ ਹਾਂ, ਉਹ ਬੰਦਾ ਦੇਖ ਕੇ ਵੀ ਬੱਚਿਆਂ ਨਾਲ ਗਲਤ ਕੰਮ ਕਰਨ ਦੀ ਮਤਲਬ ਇੱਕ ਚਾਹਤ ਰੱਖਦਾ ਗਾ। ਇਸ ਤੋਂ ਬਾਅਦ ਆ ਜਿਹੜਾ ਫੈਮਿਲੀ ਮੈਂਬਰ ਜਾਂ ਰਿਲੇਟਿਵ, ਇਹ ਚੀਜ਼ਾਂ ਦੇ ਵਿੱਚ ਜ਼ਿਆਦਾਤਰ ਜਿਹੜੇ ਬੱਚਿਆਂ ਨਾਲ ਸੈਕਸ ਰਿਲੇਸ਼ਨ ਬਣਦੇ ਆ ਉਹਨਾਂ ਵਿੱਚ ਜ਼ਿਆਦਾਤਰ ਇਨਵੋਲਵ ਹੁੰਦਾ ਜਿਹੜਾ ਉਹ ਫੈਮਿਲੀ ਦਾ ਬੰਦਾ ਹੁੰਦਾ ਕੋਈ ਨਾ ਕੋਈ, ਠੀਕ ਹੈ ਜੀ। ਇਹ ਤੋਂ ਗੱਲਾਂ ਤੁਸੀਂ ਆਮ ਹੀ ਦੇਖਦੇ ਹੋਵੋਗੇ, ਕਿਉਂਕਿ ਜਦੋਂ ਵੀ ਕੋਈ ਇਹੋ ਜਿਹੀ ਘਟਨਾ ਹੁੰਦੀ ਹੈ ਸਗਾ ਮਾਸੜ, ਸਗਾ ਚਾਚਾ, ਠੀਕ ਹੈ, ਜਾਂ ਕੋਈ ਸਗਾ ਫੁੱਫੜ, ਇਹੋ ਜਿਹੀ ਚੀਜ਼ ਵਿੱਚੋਂ ਨਿਕਲਦੀ ਹੁੰਦੀ ਹੈ, ਠੀਕ ਹੈ। ਤਾਂ ਸੈਕਸ ਫਾਊਂਡਿੰਗ ਬਾਏ ਅ ਫੈਮਿਲੀ ਮੈਂਬਰ ਵੀ ਹੋ ਸਕਦਾ, ਇੰਸੈਸਟ, ਪੋਰਨੋਗ੍ਰਾਫੀ, ਪ੍ਰੋਟੀਸ਼ਨ ਆਫ ਵੂਮਨ, ਸੈਕਸ਼ੂਅਲ ਟਰੈਫਿਕਿੰਗ ਦਾ ਮਤਲਬ ਹੁੰਦਾ ਕਿ ਬੱਚਿਆਂ ਨੂੰ ਮਤਲਬ ਦੇਹ ਵਪਾਰ ਦਾ ਅੱਡਾ ਚਲਾਉਣ ਵਾਸਤੇ ਮਨਜ਼ੂਰ ਕਰਨਾ ਜਾਂ ਉਹਨਾਂ ਨੂੰ ਮਤਲਬ ਦਬਾਅ ਪਾਉਣਾ ਉਹ ਚੀਜ਼ ਨੂੰ ਲੈ ਕੇ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਤੁਹਾਡੇ ਯਾਦ ਹੋਣੀਆਂ ਚਾਹੀਦੀਆਂ, ਕਿਹੜੀਆਂ ਕਿਹੜੀਆਂ ਚੀਜ਼ਾਂ ਬੱਚੇ ਨੂੰ ਸੈਕਸ ਅਬਿਊਜ਼ ਕਰਦੀਆਂ ਹੈਗੀਆਂ, ਠੀਕ ਹੈ। ਤਾਂ ਇਹ 'ਚ ਕੋਈ ਸੰਗਣ ਵਾਲੀ ਗੱਲ ਨਹੀਂ ਪੁੱਤਰੋ, ਇਹ ਆਪਣੀਆਂ ਨੋਰਮਲ ਚੀਜ਼ਾਂ ਹੈਗੀਆਂ, ਠੀਕ ਹੈ। ਕਿਤੇ ਕਹਿੰਦੇ ਉਹ ਸਾਡਾ ਡਾਇਰੈਕਟ ਬੋਲੀ ਜਾਂਦਾ, ਤਾਂ ਮੇਰਾ ਟੀਚਰ ਹੋਣ ਦੇ ਨਾਂ 'ਤੇ ਮੈਨੂੰ ਵਾਸਤੇ ਕੋਈ ਸੰਗ ਨਹੀਂ ਭਾਈ, ਠੀਕ ਹੈ। ਸਬਜੈਕਟ ਪੜ੍ਹਾਉਣਾ ਤੁਹਾਨੂੰ, ਅਤੇ ਇਸ ਤੋਂ ਬਾਅਦ ਹੋਰ ਵੀ ਇਹੋ ਜਿਹੇ ਸਬਜੈਕਟ ਆਉਣਗੇ, ਠੀਕ ਹੈ, ਕਿਉਂਕਿ ਆਪਾਂ ਇੱਕ ਬੱਚੇ ਦੀ ਪ੍ਰੋਟੈਕਸ਼ਨ ਕਰਨੀ ਹੈ, ਠੀਕ ਹੈ, ਉਹਨੇ ਲਾ ਸਮਝਣੇ ਆ। ਓਕੇ, ਇਹ ਨੋਰਮਲ ਚੀਜ਼ਾਂ ਹੁੰਦੀਆਂ ਹੈਗੀਆਂ ਡਾਕਟਰਾਂ ਵਾਸਤੇ ਵੀ ਅਤੇ ਟੀਚਰ ਵਾਸਤੇ ਵੀ ਇੱਕ। ਅਤੇ ਆਹ ਬੱਚੇ ਤੁਹਾਨੂੰ PDF ਇਹਦਾ ਮਿਲ ਜੂਗਾ, ਅਤੇ ਕਿਵੇਂ ਲੱਗਿਆ ਤੁਹਾਨੂੰ ਲੈਕਚਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ, ਠੀਕ ਹੈ ਜੀ। ਅਤੇ ਇਹ ਤੁਹਾਨੂੰ ਪ੍ਰੋਵਾਈਡ ਕਰਵਾ ਦੂੰਗਾ, ਜਿਹੜੀ ਚੀਜ਼ ਵੀ ਦੱਸੀ ਉਹ ਤਾਂ ਪੱਕੀ ਯਾਦ ਕਰਨੀ ਹੈ, ਠੀਕ ਹੈ। ਧੰਨਵਾਦ ਮੇਰੇ ਦੋਸਤੋ, ਜਿਉਂਦੇ ਵੱਸਦੇ ਰਹੋ ਭਾਈ। ਅਤੇ ਇੱਕ ਗੱਲ ਹੋਰ ਸੱਚ ਬੱਚਿਓ, ਇੱਕ ਗੱਲ ਹੋਰ ਦੱਸਣੀ ਸੀ, ਜਿਹੜੇ ਮੈਂ ਪਹਿਲਾਂ ਵਾਲੇ ਲੈਕਚਰ ਲਾਏ ਹੋਏ ਆ ਉਹ ਸਾਰਿਆਂ ਦੀ ਰਿਵੀਜ਼ਨ ਕਰ ਲਓ ਭਾਈ। ਪੇਪਰ ਤੁਹਾਡਾ ਨੇੜੇ ਹੀ ਆ ਰਿਹਾ ਹੁਣ, ਪੇਪਰ ਬਾਹਲਾ ਦੂਰ ਨਹੀਂ ਤੁਹਾਡਾ, 14 ਤੋਂ 15 ਤੱਕ ਇੰਨਾ ਦਾ ਪੇਪਰ ਹੋ ਰਿਹਾ ਆਪਣਿਆਂ ਦਾ, 9 ਤੋਂ ਲੈ ਕੇ 15 ਤੱਕ ਜੇਲ੍ਹ ਬਾਰਡਨ ਵਾਲਿਆਂ ਦਾ। ਇਸ ਤੋਂ ਬਾਅਦ 17 ਤਰੀਕ ਨੂੰ ETT ਵਾਲਿਆਂ ਦਾ ਪੇਪਰ ਹੈ, ਅਤੇ ਇਸ ਤੋਂ ਬਾਅਦ ਤੁਹਾਡਾ ਨਵੰਬਰ ਦੇ ਪਹਿਲੇ ਹਫ਼ਤੇ ਪੇਪਰ ਹੋਣ ਦੇ ਫੁੱਲ ਚਾਂਸ ਨੇ, ਕਿਉਂਕਿ ਇਸ ਤੋਂ ਬਾਅਦ
ਜਿਹੜੀ ਭਰਤੀ ਹੋਣੀ ਹੈ ਉਹ ਹੋਣੀ ਹੈ ਆਪਣੀ ਵਾਰਡ ਅਟੈਂਡੈਂਟ ਦੀ। ਠੀਕ ਹੈ, ਮੈਨੂੰ ਲੱਗਦਾ ਕਿ 7 ਮੂਰਲੇ ਨਵੰਬਰ ਦੇ ਪਹਿਲੇ ਹਫ਼ਤੇ ਤੁਹਾਡੇ ਇਹਦੇ ਸੁਪਰਡੈਂਟ ਦਾ ਪੇਪਰ ਹੋਣ ਦੇ ਫੁੱਲ ਚਾਂਸ ਨੇ। ਠੀਕ ਹੈ, ਤੁਸੀਂ 30 ਤਰੀਕ ਮੰਨ ਕੇ ਚੱਲੋ ਐਂਡ ਤੱਕ ਕਿ ਤੁਹਾਡੇ ਕੋਲ ਆਹੀ ਮਹੀਨਾ ਤਿਆਰੀ ਵਾਸਤੇ। ਠੀਕ ਹੈ, ਬਾਕੀ ਬੱਚਿਓ ਜਿਹੜੇ ਮੇਰੇ ਪੋਲੀਟੀ ਦੇ ਲੈਕਚਰ ਲੱਗੇ ਹੋਏ ਆ ਉਹ ਵੀ ਲਾ ਲਓ, ਜਿਵੇਂ ਵਾਰੀ ਤੁਹਾਨੂੰ ਸਮਝਾ ਰਿਹਾ ਮੈਂ। ਮੈਥ ਦੇ ਲੱਗੇ ਹੋਏ ਉਹ ਵੀ ਲਾ ਲਓ, ਜਿੰਨੇ ਵੀ ਕੰਪਿਊਟਰ ਦੇ ਲੈਕਚਰ ਲੱਗੇ ਹੋਏ ਆ ਉਹ ਵੀ ਲਾ ਲਓ। ਇਹ ਨਾ ਸਮਝੋ ਕਿ ਉਹ ਪੁਲਿਸ ਵਾਲਿਆਂ ਦੇ ਲੈਕਚਰ ਹੈਗੇ, ਤੁਹਾਡੇ ਸਾਰਿਆਂ ਦਾ ਸੇਮ ਸਿਲੇਬਸ ਹੀ ਤਿਆਰ ਕੀਤਾ ਹੋਇਆ ਇਹਦੇ ਵਿੱਚ। ਠੀਕ ਹੈ, ਅਤੇ ਚੰਗੀ ਤਰ੍ਹਾਂ ਲਾ ਲਓ ਭਾਈ, ਉਹਦੇ ਵਿੱਚੋਂ ਹੀ ਪੇਪਰ ਆਊਗਾ, ਉਹ ਪੇਪਰ ਬਾਹਰ ਨਹੀਂ ਆਉਂਦਾ। ਅਤੇ ਇਹਦੀ ਮੈਰਿਟ ਵੀ ਕੋਈ ਬਾਹਲੀ ਨਹੀਂ ਜਾਣੀ, 60 ਤੋਂ 70 ਮੈਰਿਟ ਜਾਣੀ ਹੈ ਜਰਨਲ ਦੀ। ਤਾਂ ਜ਼ੋਰ ਲਾ ਦਿਓ ਖਿੱਚ ਕੇ, ਆਹੀ ਮੌਕਾ ਗਾ, ਕੰਪੀਟੀਸ਼ਨ ਘੱਟ ਆ ਪੋਸਟ ਦੇ ਵਿੱਚ। ਠੀਕ ਹੈ ਜੀ, ਅਤੇ ਬਾਕੀ ਤੁਹਾਨੂੰ ਇੰਨੇ ਵਧੀਆ ਕੰਟੈਂਟ ਮਿਲ ਰਿਹਾ ਹੈਗਾ। ਤਾਂ ਇਸ ਤੋਂ ਬਾਅਦ ਵੀ ਤੁਹਾਨੂੰ ਬਈ ਜੇ ਕੁਛ ਨਾ ਆਇਆ ਤਾਂ ਤੁਹਾਡੀ ਬਹੁਤ ਗਲਤ ਗੱਲ ਹੈ। ਮੇਰਾ ਨਾਂ ਨਾ ਕਿਤੇ ਮਿੱਟੀ 'ਚ ਮਿਲਾ ਦਿਓ ਕਿ ਪੁਲਿਸ ਵਾਲੇ ਮੁੰਡਿਆਂ ਦਾ ਮੇਰੀ ਇੱਜ਼ਤ ਰੱਖਤੀ ਬਹੁਤ ਨੇ। ਠੀਕ ਹੈ, ਬਹੁਤ ਬੱਚੇ ਨੰਬਰ ਵਧੀਆ ਲੈ ਕੇ ਗਏ ਹੈਗੇ, ਅਤੇ ਹੁਣ ਤੁਹਾਡੇ ਸਾਰੇ ਜੇ ਮੇਰੀ ਬੇਇੱਜ਼ਤੀ ਕਰਾਤੀ ਦਾ ਹਿਸਾਬ ਲਾ ਲਿਓ ਹੁਣ। ਠੀਕ ਹੈ ਕੁੜੀਓ, ਗੱਲ ਸੁਣ ਲਓ ਭਾਈ ਹੁਣ। ਠੀਕ ਹੈ, ਸਾਰੀਆਂ ਲੜਕੀ ਇਹਦੇ ਵਿੱਚ, ਅਤੇ ਬੰਦਿਆਂ ਕੋਲ ਭਾਈ ਪੁੱਤਰੋ ਸਟੱਡੀ ਕਰਨੀ ਹੈ। ਜੇ ਕੋਈ ਚੀਜ਼ ਨਹੀਂ ਆਉਂਦੀ ਤਾਂ 20 ਵਾਰੀ ਪੁੱਛੋ ਚਾਹੇ ਕਮੈਂਟ ਦੇ ਵਿੱਚ। ਠੀਕ ਹੈ, ਅਤੇ ਕੋਈ ਚੱਕਰ ਵਾਲੀ ਗੱਲ ਨਹੀਂ। ਧੰਨਵਾਦ ਮੇਰੇ ਦੋਸਤੋ, ਜਿਉਂਦੇ ਬਾਦ ਦੇ ਦਿਓ।